ਅਸੀਂ 50 ਸਾਲ 60 ਸਾਲ ਦੇ ਵਿੱਚ ਵੀ ਸੋਚ ਸਕਦੇ ਹਾਂ ਕਿ ਅਸੀਂ ਆਪਣੀ ਬਿਜ਼ਨਸ ਦੀ ਟਰਨਓਵਰ 100 ਕਰੋੜ ਤੋਂ ਉੱਤੇ ਲਿਜਾਣਾ, ਅਸੀਂ ਸੋਚ ਸਕਦੇ ਹਾਂ। ਲੇਕਿਨ ਅੱਜ ਦੇ ਦਿਨ ਦੇ ਵਿੱਚ ਸਾਡੇ ਕਿਸੇ ਵੀ ਸਪੋਰਟਸ ਗੁੱਡ ਮੈਨੂਫੈਕਚਰਰ ਦੀ 100 ਕਰੋੜ ਤੋਂ ਉੱਤੇ ਟਰਨਓਵਰ ਨਹੀਂ ਹੈ। ਅਸੀਂ ਸਭ ਸਮੋਲ ਸਕੇਲ ਇੰਡਸਟਰੀ ਜਾਂਦੇ ਹਾਂ, ਸਾਨੂੰ ਲੱਗਦਾ ਕਿ ਅਸੀਂ ਬੜੀ ਤਰੱਕੀ ਕਰ ਲਈ, ਬੜੇ ਅਮੀਰ ਹੋ ਗਏ, ਬਹੁਤ ਵੱਡੇ ਹੋ ਗਏ, ਲੇਕਿਨ ਇਹ ਸੱਚ ਹੈ ਕਿ ਸਾਡੇ ਵੀ ਕਿਸੇ ਵੀ ਵੀਰ ਦੀ, ਸਾਡੇ ਜਿਹੜੇ ਸਨਮਾਨਿਤ ਇੰਡਸਟਰੀਜ਼ ਨੇ, ਸਪੋਰਟਸ ਗੁੱਡ ਮੈਨੂਫੈਕਚਰਰ ਨੇ, ਕਿਸੇ ਦੀ ਵੀ 100 ਕਰੋੜ ਤੋਂ ਉੱਤੇ ਟਰਨਓਵਰ ਨਹੀਂ ਹੈ। ਅਸੀਂ ਸਾਰੇ ਸਮੋਲ ਸਕੇਲ ਇੰਡਸਟਰੀ ਦੇ ਮਾਲਕ ਹਾਂ। ਆਜ਼ਾਦੀ ਤੋਂ ਬਾਅਦ ਜਦੋਂ ਆਪਾਂ ਸਾਰੇ ਸਿਆਲਕੋਟੀਆ ਭਾਈਚਾਰਾ ਆਏ, ਬੜੀ ਮਿਹਨਤ ਕੀਤੀ। ਇੱਕ ਹੋਰ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਪਰਾਧੀਨਤਾ ਪਾਪ ਹੈ। ਉਹਦਾ ਮਤਲਬ ਹੈ ਜਿਹੜੀ ਗੁਲਾਮੀ ਹੈ ਕਿਸੇ ਤਰ੍ਹਾਂ ਦੀ, ਉਹ ਪਾਪ ਹੈ, ਇਹ ਤੋਂ ਨਿਜਾਤ ਪਾਉਣੀ ਚਾਹੀਦੀ। ਗਰੀਬੀ ਦੀ ਗੁਲਾਮੀ, ਗਰੀਬੀ ਦੀ ਗੁਲਾਮੀ, ਅਨਪੜ੍ਹਤਾ ਦੀ ਗੁਲਾਮੀ। ਉਸ ਤੋਂ ਬਾਅਦ ਉਹਨਾਂ ਸਾਨੂੰ ਇੱਕ ਮਾਡਲ ਸਟੇਟ ਆਦਰਸ਼ ਰਾਜ ਦੀ ਗੱਲ ਕੀਤੀ, ਜਿਹਨੂੰ ਬੇਗਮਪੁਰਾ ਕਹਿੰਦੇ। ਬੇਗਮਪੁਰਾ ਦੇ ਵਿੱਚ ਦਾ ਮਤਲਬ ਹੈ ਕਿ ਉਦੋਂ ਬੜੀ ਛੂਆ-ਛਾਤ ਸੀ, ਊਚ ਨੀਚ ਸੀ, ਸਾਡੇ ਲੋਕਾਂ ਨੂੰ ਕੋਈ ਵੀ ਅਧਿਕਾਰ ਨਹੀਂ ਸੀ, ਪੜ੍ਹ ਨਹੀਂ ਸਕਦੇ, ਅਰਥ ਸ਼ਾਸਤਰ ਨਹੀਂ ਰੱਖ ਸਕਦੇ, ਪ੍ਰੋਪਰਟੀ ਨਹੀਂ ਲੈ ਸਕਦੇ, ਜ਼ਮੀਨ ਜਾਇਦਾਦਾਂ ਰੱਖਣ ਦਾ ਅਧਿਕਾਰ ਨਹੀਂ ਸੀਗਾ, ਵਧੀਆ ਕੱਪੜੇ ਨਹੀਂ ਪਾ ਸਕਦੇ, ਕੋਠੀਆਂ 'ਚ ਨਹੀਂ ਰਹਿ ਸਕਦੇ। ਉਦੋਂ ਉਹਨਾਂ ਨੇ ਕਿਹਾ ਕਿ ਬੇਗਮਪੁਰਾ ਦਾ ਮਤਲਬ ਜਿੱਥੇ ਸਾਰੇ ਸਮਾਨ ਹੋਣ, ਹਰ ਇੱਕ ਨੂੰ ਖਾਣ ਨੂੰ ਰੋਟੀ ਮਿਲੇ, ਅੰਨ ਮਿਲੇ, ਸਾਰੇ ਖੁਸ਼ ਰਹਿਣ, ਆਪਸੀ ਭਾਈਚਾਰਾ ਹੋਵੇ, ਔਰ ਟੈਕਸ ਵੀ ਬਹੁਤ ਘੱਟ ਹੋਵੇ। ਟੈਕਸ ਆਟੇ ਦੇ ਲੂਣ ਵਾਂਗੂ ਹੋਣਾ ਚਾਹੀਦਾ। ਇਹ ਨਹੀਂ ਕਿ ਜਿੱਦਾਂ ਅੱਜ ਕੱਲ੍ਹ 20% 35% ਦੀ ਸਲੈਬ, ਉਹ ਬਿਜ਼ਨਸਮੈਨ ਨੇ ਵਿਚਾਰੇ ਨੇ ਤੰਗ ਹੀ ਹੋਣਾ ਇੰਡਸਟਰੀਜ਼ ਨੂੰ। ਉਸ ਤੋਂ ਮੈਨੂੰ ਸਾਰੀਆਂ ਸਿੱਖਿਆਵਾਂ ਬਹੁਤ ਵਧੀਆ, ਪਰ ਮੈਨੂੰ ਜੋ ਸੂਟ ਕਰਦੀ ਕਿ ਕੋਈ ਸਿੱਖਿਆ ਤਰੱਕੀ ਨਾਲ, ਉਹ ਤਰੱਕੀ ਦੇ ਨਾਲ ਉਹਦਾ ਸੰਬੰਧ ਹੈ। ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨੇ ਕਿਹਾ ਸੀ ਕਿ ਰਾਜਨੀਤਿਕ ਸ਼ਕਤੀ ਜਿਹੜੀ ਹੈ ਸਾਰੀਆਂ ਤਰ੍ਹਾਂ ਦੀ ਤਰੱਕੀ ਦੇ ਦਰਵਾਜ਼ੇ ਖੋਲ੍ਹ ਦਿੰਦੀ। ਸਤਿਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਸੀ ਕਿ ਸੁੱਖ ਸਿਰਫ ਦੋ ਜਗ੍ਹਾ ਤੇ ਹੈਗੇ ਇਸ ਦੁਨੀਆ ਦੇ ਵਿੱਚ, ਧਰਤੀ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ। ਇੱਕ ਮਰਨ ਤੋਂ ਬਾਅਦ ਸ਼ਮਸ਼ਾਨ ਘਾਟ 'ਚ, ਦੂਸਰਾ ਸਵਰਾਜ ਦੇ ਵਿੱਚ, ਆਪਣੇ ਰਾਜ ਦੇ ਵਿੱਚ। ਉਹ ਆਪਣਾ ਰਾਜ ਕਿਹੜਾ? ਬੇਗਮ। ਅਸੀਂ ਇੱਕ ਦਿਨ ਇਕੱਠੇ ਹੁੰਦੇ ਆ, ਸਾਰਾ ਠਾਠਾ ਮਾਰਦਾ ਇਕੱਠ ਹੁੰਦਾ। ਕੱਲ ਆਪਾਂ ਸਾਰਿਆਂ ਨੇ ਦੇਖਿਆ, ਆਪਾਂ ਸਾਰੀਆਂ ਸ਼ੋਭਾ ਯਾਤਰਾ ਭਾਗ ਵੀ ਲਿਆ, ਆਪਾਂ ਸਟੇਜ ਵੀ ਲਾਈ ਸੀ, ਠੀਕ। ਲੇਕਿਨ ਸਤਿਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਕਿ ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾਓ, ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਜਾਓ। ਲੇਕਿਨ ਅਸੀਂ ਸਵਰਾਜ ਤਾਂ ਨਹੀਂ ਲਿਆ ਸਕੇ ਕਿਉਂਕਿ ਆਪਾਂ ਇਹ ਇਕੱਠ ਇੱਕ ਦਿਨ ਦਾ ਹੀ ਹੁੰਦਾ, ਉਸ ਤੋਂ ਬਾਅਦ ਅਸੀਂ ਬਿਖਰ ਜਾਂਦੇ ਹਾਂ। ਔਰ ਮੇਰੀ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਹੈ ਕਿ ਸਮੂਹ ਸੰਗਤਾਂ ਇਸ ਗੱਲ ਨੂੰ ਸਮਝਣ ਕਿ ਆਪਾਂ ਇਕੱਠੇ ਰਹਿਣਾ। ਇਕੱਠੇ ਰਹਿ ਕੇ ਅਗਰ ਆਪਾਂ ਇੱਕ ਜਗ੍ਹਾ ਪਹੁੰਚ ਜਾਂਦੇ ਹਾਂ ਤਾਂ ਰਾਜ ਆ ਸਕਦਾ। ਇਕੱਠੇ ਰਹਿ ਕੇ ਅਗਰ ਆਪਾਂ ਇੱਕ ਜਗ੍ਹਾ ਤੇ ਪਹੁੰਚ ਜਾਂਦੇ ਤਾਂ ਰਾਜ ਆ ਸਕਦਾ। ਅਗਰ ਆਪਾਂ ਇਕੱਠੇ ਹਾਂ ਤਾਂ ਸ਼ੇਰ ਵੀ ਘਬਰਾਉਂਦਾ ਹੈ, ਅਗਰ ਆਪਾਂ ਇਕੱਠੇ ਨਹੀਂ ਤਾਂ ਗਿੱਦੜ ਵੀ ਸਾਨੂੰ ਡਰਾਉਂਦਾ ਹੈ। ਸੋ ਮੇਰੇ ਜਿਹੜੇ ਸੀਨੀਅਰ ਸਾਡੇ ਸਰਕਾਰੀ ਮੁਲਾਜ਼ਮ, ਜਿਹੜੇ ਗਵਰਨਮੈਂਟ ਇੰਪਲਾਈ ਅਫਸਰ ਸਾਹਿਬਾਨ ਨੇ, ਸਾਡੇ ਸਮਾਜ 'ਚ ਬਹੁਤ ਨੇ ਜਿਹੜੇ ਰਿਟਾਇਰਡ ਵੀ ਨੇ, ਜਾਂ ਜਿਹੜੇ ਆਪਣੇ ਨੂੰ ਸਮਝਦੇ ਕਿ ਮੈਂ ਜੋ ਕਰਨਾ ਸੀ ਜ਼ਿੰਦਗੀ 'ਚ ਕਰ ਲਿਆ, ਮੈਂ ਬਿਜ਼ਨਸ ਬੜਾ ਵਧੀਆ ਚਲਾ ਲਿਆ, ਠੀਕ ਹੈ ਨਾ, ਹੁਣ ਬੱਚਿਆਂ 'ਤੇ ਛੱਡ ਦਈਏ। ਮੇਰੀ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਜਿਸ ਸਮਾਜ ਦੇ ਵਿੱਚ ਆਏ ਹਾਂ, ਅਸੀਂ ਉਸ ਸਮਾਜ ਨੂੰ ਆਪਣੀ ਦਸੌਂਦ ਕੱਢ ਕੇ ਦੇਈਏ। ਦਸੌਂਦ ਦਾ ਮਤਲਬ ਕੀ ਹੁੰਦਾ? ਪੈਸਾ ਨਹੀਂ ਦਸੌਂਦ 'ਚ ਹੁੰਦਾ ਸਭ ਤੋਂ ਵੱਡਾ, ਪੈਸਾ ਬਿਲਕੁਲ ਸਭ ਤੋਂ ਵੱਡਾ ਨਹੀਂ ਹੈਗਾ। ਸਭ ਤੋਂ ਵੱਡਾ ਹੈ ਟਾਈਮ। ਸਭ ਤੋਂ ਵੱਡਾ ਕੀ ਹੈ? ਸਮੇਂ। ਅਸੀਂ ਸਮੇਂ ਨਹੀਂ ਕੱਢ ਪਾਉਂਦੇ। ਉਹ ਮੇਰੇ ਤੇ ਵੀ ਸਾਰੇ ਸਮੂਹ ਸੰਗਤਾਂ ਨੂੰ ਲਾਗੂ ਹੁੰਦਾ ਕਿ ਸਾਡੇ ਕੋਲ ਟਾਈਮ ਹੈ ਨਹੀਂ, ਕਿਉਂਕਿ ਟਾਈਮ ਹੀ ਪੈਸਾ, ਟਾਈਮ ਹੀ ਸ਼ਕਤੀ ਹੈ। ਸੋ ਮੇਰੇ ਜਿਹੜੇ ਸੀਨੀਅਰ ਬੰਦੇ ਨੇ, ਜਿਹੜੇ ਰਿਟਾਇਰਡ ਅਫਸਰ ਨੇ, ਜਾਂ ਰਿਟਾਇਰ ਜਿਹੜੇ ਕਲੈਰੀਕਲ ਸਟਾਫ ਦੇ ਨੇ, ਉਹ ਆਪਣਾ ਸਮਾਂ ਕੱਢਣ ਸਮਾਜ ਦੀ ਤਰੱਕੀ ਵਾਸਤੇ। ਕਿਸੇ ਨੇ ਉੱਤੋਂ ਆ ਕੇ ਤਰੱਕੀ ਨਹੀਂ ਕਰਨੀ, ਸਾਨੂੰ ਆਪਣੀ ਤਰੱਕੀ ਦੇ ਦਰਵਾਜ਼ੇ ਖੁਦ ਹੀ ਖੋਲ੍ਹਣੇ ਪੈਣੇ। ਕਿਸੇ ਨੇ ਤਰੱਕੀ ਕੋਈ ਕਿਸੇ ਦਾ ਕੌਣ ਕਰਦਾ ਪਹਿਲਾਂ ਬੰਦਾ? ਸਾਡੇ ਸਮਾਜ ਦੇ ਸੀਨੀਅਰ ਬੰਦਿਆਂ ਨੂੰ ਅੱਗੇ ਆ ਕੇ ਟਾਈਮ ਦੇਣਾ ਪੈਣਾ ਕਿ ਆਪਾਂ ਤਰੱਕੀ ਕਿੱਦਾਂ ਕਰਨਾ। ਜਿਹੜੇ ਕੰਮ ਧੰਦੇ ਲੱਗੇ ਉਹ ਲੱਗੇ ਰਹਿਣ, ਜਿਹੜੇ ਆਪਣੇ ਫ੍ਰੀ ਸਮੇਂ ਦੇ ਰਿਟਾਇਰਡ ਨੇ, ਬਿਜ਼ਨਸ 'ਚੋਂ ਜਾਂ ਨੌਕਰੀ 'ਚੋਂ, ਉਸ ਟਾਈਮ ਕੱਢਣ। ਟਾਈਮ ਕੱਢਣ। ਔਰ ਦੂਸਰੀ ਦਸੌਂਦ ਹੁੰਦੀ ਹੈ ਬੁੱਧੀ, ਟੈਲੈਂਟ। ਜਿਹੜਾ ਬੰਦਾ ਰਿਟਾਇਰਡ ਹੈ, ਜਿਹਨੇ ਸਾਰੀ ਉਮਰ ਨੌਕਰੀ ਕੀਤੀ ਹੈ, ਜਾਂ ਜਿਹੜਾ ਪੜ੍ਹਿਆ ਲਿਖਿਆ, ਉਹਦੇ 'ਚ ਬੁੱਧੀ ਹੁੰਦੀ, ਉਹ ਹਰ ਤਰ੍ਹਾਂ ਦੀ ਸਮੱਸਿਆ ਹੱਲ ਕੱਢ ਲੈਂਦਾ।
ਦਫ਼ਤਰ 'ਚ ਚਾਹੇ ਬਾਹਰ 1000 ਬੰਦੇ ਦੀ ਭੀੜ ਹੈ, ਡੀਸੀ ਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਟਰਕਾਣਾ ਕਿੱਦਾਂ, ਪੁਲਿਸ ਕਮਿਸ਼ਨਰ ਨੂੰ ਪਤਾ ਲੱਗ ਜਾਂਦਾ ਕਿ ਬਾਹਰ 1000 ਬੰਦਾ ਹੈ, ਇਹਨਾਂ ਨੂੰ ਆਪਾਂ ਹੱਲ ਕਿੱਦਾਂ ਕਰਨੀ ਸਮੱਸਿਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬੁੱਧੀ ਜਿਹੜੀ ਹੈ ਇਹਦਾ ਦਾਨ ਵੀ ਬਹੁਤ ਵੱਡਾ ਦਾਨ। ਤੀਸਰੇ ਨੰਬਰ ਤੇ ਆਉਂਦਾ ਪੈਸਾ। ਪਹਿਲਾਂ ਟਾਈਮ ਹੈ, ਫਿਰ ਬੁੱਧੀ ਹੈ, ਪੈਸਾ ਤੀਜੇ ਨੰਬਰ ਤੇ ਆਉਂਦਾ ਹੈ। ਜੇ ਪਹਿਲੀਆਂ ਦੋ ਚੀਜ਼ਾਂ ਆਪਾਂ ਦਾਨ ਕਰਤੀਆਂ, ਸਮਾਜ ਨੂੰ ਤੀਜੀ ਆਪੇ ਆ ਜਾਣੀ, ਕਿਉਂਕਿ ਰਾਜ ਆ ਸਕਦਾ। ਸੋ ਮੇਰੀ ਬੇਨਤੀ ਹੈ ਸਤਿਗੁਰੂ ਰਵਿਦਾਸ ਮਹਾਰਾਜ ਚਰਨਾਂ 'ਚ ਸਮੂਹ ਸੰਗਤ ਨੂੰ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਸੁਪਨਿਆਂ ਦਾ ਜਿਹੜਾ ਸਵਰਾਜ ਹੈ ਉਹਨੂੰ ਬਣਾਉਣ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪਊਗੀ। ਉੱਤੋਂ ਕਿਸੇ ਨੇ ਨਹੀਂ ਆਉਣਾ, ਸਾਨੂੰ ਹੀ ਕਰਨੀ ਪੈਣੀ ਹੈ, ਕਿਉਂਕਿ ਉਹ ਸਵਰਾਜ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਦੁਬਾਰਾ ਪਤਾ ਨਹੀਂ ਮੌਕਾ ਮਿਲਿਆ ਕਿ ਨਾ ਮਿਲੇ, ਆਪਾਂ ਹੁਣੇ 2 ਮਿੰਟ ਗੱਲ ਕਰ ਲਈਏ। ਦੇਖੋ, ਜਲੰਧਰ ਦੀ ਸਪੋਰਟਸ ਗੁੱਡ ਇੰਡਸਟਰੀ ਸਾਡਾ ਮਾਣ, ਸਾਡਾ ਵੀ ਮਾਣ ਹੈ, ਸਾਡਾ ਗਰੂਰ ਹੈ। ਉਹਦਾ ਕਾਰਨ ਆ ਹੈ ਕਿ ਸਾਨੂੰ ਸਰਕਾਰਾਂ ਨੇ ਸਪੋਰਟ ਨਹੀਂ ਕੀਤਾ, ਸਾਨੂੰ ਲੜਾ ਕੇ ਵੰਡ ਪਾ ਕੇ ਸਾਨੂੰ ਕਮਜ਼ੋਰ ਕੀਤਾ। ਸਾਨੂੰ ਇਹ ਸੁਪਨਾ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀ ਖੋਈ ਹੋਈ ਜਿਹੜਾ ਸਾਡਾ ਸਨਮਾਨ ਹੈ, ਅਸੀਂ ਦੁਬਾਰਾ ਵੱਡੀਆਂ ਇੰਡਸਟਰੀਆਂ ਲਾਈਏ। ਅਸੀਂ ਇਸ ਕਾਬਲ ਬਣੀਏ ਸਵਰਾਜ ਤੋਂ ਬਾਅਦ ਕਿ ਅਸੀਂ ਖੁਦ ਵੱਡੇ ਸ਼ੋਰੂਮ ਬਣਾਈਏ। ਸੋ ਮੈਂ ਤੁਹਾਨੂੰ ਆਪਣਾ ਸੁਪਨਾ ਦੱਸਦਾ ਕਿ ਮੇਰੀ ਸੋਚ ਆ ਹੈ ਕਿ ਸਮਾਜ ਨੂੰ ਆਪਣਾ ਸਮੇਂ, ਬੁੱਧੀ ਔਰ ਪੈਸਾ ਦਿਓ ਔਰ ਸਮਾਜ ਦੀ ਤਰੱਕੀ ਦੀ ਗੱਲ ਕਰੋ, ਖੁਸ਼ਹਾਲੀ ਦੀ ਗੱਲ ਕਰੋ, ਭਾਈਚਾਰੇ ਦੀ ਗੱਲ ਕਰੋ। ਸੋ ਮੇਰੀ ਇੰਨੀ ਬੇਨਤੀ ਹੈ ਕਿ ਅੱਜ ਦੇ ਮੌਕੇ 'ਤੇ ਸਮੂਹ ਸੰਗਤਾਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਸਤਿਗੁਰੂ ਰਵਿਦਾਸ ਮਹਾਰਾਜ ਚਰਨਾਂ 'ਚ ਅਰਦਾਸ ਹੈ ਕਿ ਉੱਚਾ ਸੋਚੋ ਔਰ ਮਹਾਨ ਬਣਨ ਦੀ ਕੋਸ਼ਿਸ਼ ਕਰੀਏ। ਆਪਾਂ ਸਾਰਾ ਕੁਝ ਛੱਡ ਦਈਏ, ਨੈਗੇਟਿਵ ਬਿਲਕੁਲ ਨਹੀਂ ਸੋਚਣਾ, ਅਸੀਂ ਪੋਜ਼ਿਟਿਵ ਸੋਚੀਏ, ਅਗਾਂਹਵਧੂ ਸੋਚ ਰੱਖ ਕੇ ਅਸੀਂ ਵੱਡੀਆਂ ਫੈਕਟਰੀਆਂ ਦੇ ਮਾਲਕ ਬਣੀਏ। ਵੱਡੇ ਸ਼ੋਰੂਮ ਜਿੱਥੇ ਅੱਜ ਅਸੀਂ ਲੋਕਾਂ ਦੇ ਦੇਖਦੇ ਹਾਂ ਸਾਡੇ ਹੋਣੇ ਚਾਹੀਦੇ ਨੇ, ਠੀਕ ਹੈ। ਸਾਡੀ ਸਪੋਰਟਸ ਗੁੱਡਸ ਇੰਡਸਟਰੀ ਤਰੱਕੀ ਕਰੇ, ਸਾਡਾ ਮਾਨ ਸਨਮਾਨ ਸਾਡੇ ਭਾਈਚਾਰੇ ਦਾ ਵਧੇ, ਸਾਰੇ ਹੀ ਬੱਚੇ ਵੱਡੇ ਅਫਸਰ ਬਣਨ, ਡੀਸੀ ਬਣਨ, ਕਮਿਸ਼ਨਰ ਬਣਨ, ਸਾਰੇ ਤਰੱਕੀ ਕਰਨ, ਅਮੀਰ ਹੋਏ, ਖੁਸ਼ਹਾਲੀ ਆਏ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਯਾਚਕ ਤੁਹਾਡਾ ਸੇਵਕ, ਜੈ ਗੁਰਦੇਵ, ਜੈ ਗੁਰੂ ਰਵਿਦਾਸ। ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਅਨਿਲ ਮੀਡੀਆ ਜੀ, ਤੁਸੀਂ ਆਪਣਾ ਸਮੇਂ ਕੱਢ ਕੇ ਅੱਜ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਆਏ ਹੋ।